ਵਿਆਹ ਤੋਂ 10 ਮਹੀਨੇ ਬਾਅਦ ਹੀ ਮੇਰੇ ਪਤੀ ਇਸ ਦੁਨੀਆ ਤੇ ਮੇਰੀ ਜ਼ਿੰਦਗੀ ਤੋਂ ਹਮੇਸ਼ਾ ਲਈ ਚਲੇ ਗਏ। ਮੇਰੀ ਸੱਸ ਨੇ ਮੇਰਾ ਵਿਆਹ ਆਪਣੇ ਦੋਤੇ ਨਾਲ ਕਰਵਾ ਦਿੱਤਾ, ਜਿਹੜਾ ਕਿ ਅਜੇ ਸਿਰਫ 15 ਸਾਲ ਦਾ ਸੀ। ਮੈਂ ਸੋਚਿਆ ਸੀ ਮੇਰਾ ਵਿਆਹ ਜਿਸ ਨਾਲ ਹੋਇਆ ਹੈ ਉਹ ਤਾਂ ਅਜੇ ਬੱਚਾ ਹੈ, ਪਰ ਉਹ ਤਾਂ। ਮੇਰਾ ਨਾਮ ਸਾਧਨਾ ਹੈ। ਮੈਂ ਬਹੁਤ ਜ਼ਿਆਦਾ ਖੂਬਸੂਰਤ ਸੀ। ਮੇਰੀ ਜ਼ਿੰਦਗੀ ਵਿੱਚ ਸਭ ਠੀਕ ਚੱਲ ਰਿਹਾ ਸੀ। ਮੈਂ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਸੀ, ਇਸ ਲਈ ਮੈਨੂੰ ਲੱਗਦਾ ਸੀ ਕਿ ਮੇਰੇ ਨਾਲ ਵੀ ਸ਼ਾਇਦ ਬੁਰਾ ਨਹੀਂ ਹੋਵੇਗਾ। ਪਰ ਹੁੰਦਾ ਉਹੀ ਹੈ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਹੈ। ਜਦ ਮੈਂ ਛੋਟੀ ਸੀ ਤਾਂ ਮੇਰੀ ਮਾਂ ਮੈਨੂੰ ਤੇ ਮੇਰੇ ਪਾਪਾ ਨੂੰ ਛੱਡ ਕੇ ਇੱਕ ਆਦਮੀ ਨਾਲ ਭੱਜ ਗਈ। ਮੇਰੇ ਪਾਪਾ ਘਰ ਵਿੱਚ ਜ਼ਿਆਦਾ ਧਿਆਨ ਨਹੀਂ ਦਿੰਦੇ ਸਨ। ਫਿਰ ਉਹ ਵੀ ਇੱਕ ਔਰਤ ਨੂੰ ਵਿਆਹ ਕਰਾ ਕੇ ਲੈ ਆਏ। ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਤੇ ਮੈਂ ਜਦ 20 ਸਾਲ ਦੀ ਹੋ ਗਈ ਤਾਂ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ ਤੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੀ ਸੀ। ਟਿਊਸ਼ਨ ਤੋਂ ਮੈਂ 8-10 ਹਜ਼ਾਰ ਕਮਾ ਲੈਂਦੀ ਸੀ, ਜਿਹੜੇ ਕਿ ਸੌਤੇਲੀ ਮਾਂ ਮੇਰੇ ਤੋਂ ਲੈ ਲੈਂਦੀ ਸੀ। ਇਸ ਲਈ ਮੈਨੂੰ ਸਾਰੇ ਕਹਿੰਦੇ ਸਨ ਕਿ ਤੇਰੇ ਪਾਪਾ ਤੇਰਾ ਵਿਆਹ ਨਹੀਂ ਕਰਨਗੇ, ਕਿਉਂਕਿ ਇੱਕ ਤਾਂ ਉਹਨਾਂ ਨੂੰ ਫਰੀ ਦੀ ਨੌਕਰਾਣੀ ਮਿਲੀ ਹੋਈ ਹੈ ਤੇ ਉੱਪਰ ਤੋਂ 10,000 ਤੂੰ ਕਮਾ ਲੈਂਦੀ ਆ। ਇੱਕ ਦਿਨ ਮੇਰੀ ਸੌਤੇਲੀ ਮਾਂ ਨੇ ਮੈਨੂੰ ਦੱਸਿਆ ਕਿ ਤੇਰੇ ਲਈ ਰਿਸ਼ਤਾ ਦੇਖ ਲਿਆ ਹੈ। ਮੈਂ ਹੈਰਾਨ ਰਹਿ ਗਈ। ਮੈਨੂੰ ਲੱਗਿਆ ਕਿ ਉਹ ਮਜ਼ਾਕ ਕਰ ਰਹੀ ਹੈ, ਪਰ ਮੈਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਤੈਨੂੰ ਦੇਖਣ ਵਾਲੇ ਆ ਰਹੇ ਹਨ। ਉਹਨਾਂ ਨੇ ਕਿਹਾ ਕਿ ਤੇਰੇ ਲਈ ਰਿਸ਼ਤਾ ਦੇਖ ਲਿਆ ਹੈ, ਗੱਲ ਪੱਕੀ ਹੋ ਗਈ ਹੈ, ਤੂੰ ਵਿਆਹ ਦੀ ਤਿਆਰੀ ਕਰ, 1 ਮਹੀਨੇ ਵਿੱਚ ਤੇਰਾ ਵਿਆਹ ਹੋ ਜਾਵੇਗਾ। ਮੈਂ ਹੈਰਾਨ ਸੀ ਪਰ ਅੰਦਰ ਤੋਂ ਬਹੁਤ ਖੁਸ਼ ਸੀ, ਕਿਉਂਕਿ ਮੇਰੀ ਜ਼ਿੰਦਗੀ ਵਿੱਚ ਨਵਾਂ ਮੋੜ ਆਉਣ ਵਾਲਾ ਸੀ। ਮੈਂ ਤਾਂ ਆਪਣੇ ਦਿਲ ਵਿੱਚੋਂ ਇਹ ਗੱਲ ਕੱਢ ਦਿੱਤੀ ਸੀ ਕਿ ਮੇਰਾ ਵੀ ਕਦੇ ਵਿਆਹ ਹੋਵੇਗਾ, ਕਿਉਂਕਿ ਮੈਨੂੰ ਲੱਗਦਾ ਸੀ ਮੇਰੀ ਸੌਤੇਲੀ ਮਾਂ ਮੇਰਾ ਕਦੇ ਵਿਆਹ ਨਹੀਂ ਹੋਣ ਦੇਵੇਗੀ। ਪਰ ਹੁਣ ਇਹ ਸਭ ਕੁਝ ਹੋ ਰਿਹਾ ਸੀ, ਇਸ ਲਈ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਮੈਂ ਖੁਸ਼ੀ-ਖੁਸ਼ੀ ਆਪਣੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੀ। ਵਿਆਹ ਦੀ ਰਾਤ ਵੀ ਕੁਝ ਅਜੀਬ ਹੋਇਆ। ਮੈਂ ਆਪਣੇ ਪਤੀ ਨੂੰ ਦੇਖਿਆ ਹੀ ਨਹੀਂ ਸੀ। ਜਦ ਸਾਨੂੰ ਦੋਹਾਂ ਨੂੰ ਇਕੱਠਿਆਂ ਬਿਠਾਇਆ ਗਿਆ ਤਾਂ ਮੈਂ ਨੀਚੇ ਹੀ ਦੇਖਦੀ ਰਹੀ। ਐਨੀ ਹਿੰਮਤ ਕਿੱਥੇ ਹੁੰਦੀ ਹੈ ਇੱਕ ਦੁਲਹਨ ਵਿੱਚ ਕਿ ਉਹ ਸਿਰ ਚੁੱਕ ਕੇ ਆਪਣੇ ਪਤੀ ਨੂੰ ਦੇਖ ਸਕੇ। ਮੈਂ ਵੀ ਨਹੀਂ ਦੇਖਿਆ ਸੀ। ਉਸ ਤੋਂ ਬਾਅਦ ਜਦ ਕਮਰੇ ਵਿੱਚ ਬੈਠੀ ਤਾਂ ਆਪਣੇ ਪਤੀ ਨੂੰ ਦੇਖਿਆ ਸੀ ਤਾਂ ਪਤਾ ਚੱਲਿਆ ਕਿ ਉਹ ਬਹੁਤ ਚੰਗਾ ਇਨਸਾਨ ਹੈ। ਉਸ ਦੇ ਘਰ ਵਿੱਚ ਉਸ ਦੀ ਮਾਂ ਸੀ ਤੇ ਇੱਕ ਭੈਣ ਸੀ ਤੇ ਭੈਣ ਦਾ 15 ਸਾਲਾਂ ਦਾ ਇੱਕ ਬੇਟਾ ਸੀ। ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਮੇਰੀ ਭੈਣ ਦਾ ਬੇਟਾ ਮੇਰੇ ਬੱਚੇ ਵਾਂਗ ਹੈ। ਮੇਰਾ ਉਸ ਨਾਲ ਬਹੁਤ ਲਗਾਵ ਹੈ। ਵੈਸੇ ਤਾਂ ਉਸ ਦੀ ਉਮਰ 15 ਸਾਲ ਹੈ, ਪਰ ਮੇਰੇ ਲਈ ਤਾਂ ਉਹ ਛੋਟੇ ਬੱਚਿਆਂ ਦੀ ਤਰ੍ਹਾਂ ਹੀ ਹੈ, ਕਿਉਂਕਿ ਜਦ ਉਹ 4 ਸਾਲ ਦਾ ਸੀ ਤਦ ਉਸ ਦੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਤੇ ਉਹ ਕੁਝ ਜਾਣਦਾ ਹੀ ਨਹੀਂ ਸੀ। ਉਸ ਸਮੇਂ ਤੋਂ ਉਹ ਮੇਰੇ ਕੋਲ ਹੀ ਰਹਿੰਦਾ ਹੈ। ਰੋਜ਼ ਰਾਤ ਨੂੰ ਮੈਂ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਸੁਲਾਇਆ ਕਰਦਾ ਸੀ। ਤਦ ਤੋਂ ਉਹ ਮੇਰੇ ਲਈ ਮੇਰੇ ਬੱਚੇ ਵਾਂਗ ਹੀ ਹੈ। ਮੇਰੇ ਪਤੀ ਨੇ ਕਿਹਾ ਕਿ ਤੂੰ ਵੀ ਹਮੇਸ਼ਾ ਉਸ ਦਾ ਖਿਆਲ ਰੱਖੀਂ। ਮੈਂ ਕਿਹਾ ਠੀਕ ਹੈ, ਤੁਸੀਂ ਚਿੰਤਾ ਨਾ ਕਰੋ, ਉਹ ਮੇਰੇ ਲਈ ਵੀ ਛੋਟੇ ਭਰਾ ਦੀ ਤਰ੍ਹਾਂ ਹੀ ਹੈ। ਮੇਰੀ ਨਣਦ ਦੇ ਬੇਟੇ ਦਾ ਨਾਮ ਰੋਹਨ ਸੀ। ਅਗਲੀ ਸਵੇਰ ਮੇਰੀ ਸੱਸ ਨੇ ਕਿਹਾ ਕਿ ਤੂੰ ਜਲਦੀ ਨਾਲ ਤਿਆਰ ਹੋ ਜਾ, ਤੈਨੂੰ ਵੇਖਣ ਲਈ ਰਿਸ਼ਤੇਦਾਰ ਆਉਣਗੇ। ਵਿਆਹ ਧੂਮ-ਧਾਮ ਨਾਲ ਹੋਇਆ ਸੀ, ਜਦ ਕਿ ਇੰਨੇ ਪੈਸੇ ਨਹੀਂ ਸਨ, ਪਰ ਫਿਰ ਵੀ ਵਾਰੀ-ਵਾਰੀ ਸਭ ਲੋਕ ਤੈਨੂੰ ਦੇਖਣ ਲਈ ਆਉਣਗੇ ਤੇ ਮੂੰਹ ਦਿਖਾਈ ਵਿੱਚ ਪੈਸੇ ਦੇ ਕੇ ਜਾਣਗੇ। ਉਹ ਪੈਸੇ ਤੂੰ ਮੈਨੂੰ ਦੇ ਦੇਈਂ। ਮੈਂ ਕਿਹਾ ਠੀਕ ਹੈ। ਮੇਰੀ ਸੱਸ ਪਰੰਪਰਾ ਨਿਭਾਉਣ ਵਾਲੀ ਸੱਸ ਦੀ ਤਰ੍ਹਾਂ ਸੀ। ਫਿਰ ਮੈਂ ਆਪਣੇ ਭਾਣਜੇ ਕੋਲ ਥੋੜ੍ਹੀ ਦੇਰ ਬੈਠ ਗਈ। ਪਹਿਲਾਂ ਉਹ ਮੇਰੇ ਨਾਲ ਹਾਸੀ ਮਜ਼ਾਕ ਕਰਨ ਲੱਗਿਆ, ਫਿਰ ਉਸਨੇ ਅਜੀਬ ਕਿਸਮ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਮੈਨੂੰ ਪੁੱਛਣ ਲੱਗਿਆ ਕਿ ਤੁਸੀਂ ਤੇ ਮਾਮਾ ਕੀ ਕਰ ਰਹੇ ਸੀ। ਮੈਂ ਕਿਹਾ ਅਸੀਂ ਗੱਲਾਂ ਕਰ ਰਹੇ ਸੀ। ਉਸਨੇ ਕਿਹਾ ਨਹੀਂ, ਕੀ ਤੁਸੀਂ ਜਲਦੀ ਸੌਂ ਗਏ ਸੀ? ਤੁਹਾਡੇ ਕਮਰੇ ਦੀ ਲਾਈਟ ਬੰਦ ਹੋ ਗਈ ਸੀ। ਮੈਂ ਦੇਖਿਆ ਸੀ। ਮੈਂ ਹੈਰਾਨ ਹੋ ਗਈ। ਮੈਂ ਸੋਚਿਆ ਕਿ ਇਹ ਸਾਡੇ ਕਮਰੇ ਦੇ ਬਾਹਰ ਬੈਠਾ ਸੀ। ਕੀ ਇਸਨੇ ਸਾਡੀਆਂ ਸਾਰੀਆਂ ਗੱਲਾਂ ਤਾਂ ਨਹੀਂ ਸੁਣ ਲਈਆਂ? ਮੈਨੂੰ ਬਹੁਤ ਸ਼ਰਮਿੰਦਗੀ ਹੋ ਰਹੀ ਸੀ, ਪਰ ਉਹ ਆਰਾਮ ਨਾਲ ਗੱਲਾਂ ਕਰ ਰਿਹਾ ਸੀ, ਜਿਵੇਂ ਉਸ ਨੂੰ ਕੁਝ ਪਤਾ ਹੀ ਨਹੀਂ ਹੈ। ਇਸ ਲਈ ਮੈਂ ਵੀ ਜ਼ਿਆਦਾ ਗੱਲ ਨਹੀਂ ਕੀਤੀ। ਸ਼ਾਮ ਨੂੰ ਮੈਂ ਆਪਣੇ ਪਤੀ ਨੂੰ ਇਹ ਗੱਲ ਦੱਸੀ ਕਿ ਉਹ ਇਸ ਤਰ੍ਹਾਂ ਦੇ ਸਵਾਲ ਪੁੱਛ ਰਿਹਾ ਸੀ। ਕਿੰਨੀ ਅਜੀਬ ਗੱਲ ਹੈ, ਇੰਨੇ ਛੋਟੇ ਬੱਚੇ ਦੇ ਦਿਮਾਗ ਵਿੱਚ ਇੰਨੇ ਸਾਰੇ ਸਵਾਲ। ਮੇਰੇ ਪਤੀ ਨੇ ਕਿਹਾ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਤੂੰ ਉਸ ਦਾ ਖਿਆਲ ਰੱਖਣਾ ਹੈ, ਪਰ ਤੂੰ ਤਾਂ ਪਹਿਲੇ ਦਿਨ ਹੀ ਉਸ ਦੀ ਸ਼ਿਕਾਇਤ ਕਰਨ ਲੱਗੀ ਹੈ। ਮੈਂ ਕਿਹਾ ਕਿ ਮੈਂ ਸ਼ਿਕਾਇਤ ਨਹੀਂ ਕਰ ਰਹੀ ਹਾਂ,
ਪਰ ਅੱਜ ਕੱਲ੍ਹ ਦੇ ਬੱਚਿਆਂ ਦੇ ਦਿਮਾਗ ਵਿੱਚ ਅਜਿਹੇ ਸਵਾਲ ਨਹੀਂ ਹੋਣੇ ਚਾਹੀਦੇ। ਮੇਰੇ ਪਤੀ ਨੇ ਕਿਹਾ ਕਿ ਇਸ ਉਮਰ ਵਿੱਚ ਜਿਗਿਆਸਾ ਹੁੰਦੀ ਹੈ। ਲੋਕ ਸਵਾਲ ਪੁੱਛ ਲੈਂਦੇ ਹਨ। ਮੇਰਾ ਭਾਣਜਾ ਬਹੁਤ ਜ਼ਿਆਦਾ ਮਾਸੂਮ ਹੈ। ਮੈਂ ਤੈਨੂੰ ਉਸ ਦਾ ਖਿਆਲ ਰੱਖਣ ਲਈ ਕਿਹਾ ਸੀ, ਉਸ ਦੀਆਂ ਗਲਤੀਆਂ ਕਮਜ਼ੋਰੀਆਂ ਲੱਭਣ ਨੂੰ ਨਹੀਂ ਕਿਹਾ ਸੀ। ਉਹ ਵਿਚਾਰਾ ਤੇਰੇ ਅੱਗੇ ਪਿੱਛੇ ਫਿਰਦਾ ਹੈ। ਮਾਮੀ ਮਾਮੀ ਕਹਿੰਦੇ ਦਾ ਉਸਦਾ ਮੂੰਹ ਨਹੀਂ ਥੱਕਦਾ, ਤੇ ਇੱਕ ਤੂੰ ਆ ਜਿਹੜੀ ਉਸ ਲਈ ਇਸ ਤਰ੍ਹਾਂ ਸੋਚ ਰਹੀ ਹੈ। ਮੈਂ ਤਾਂ ਹੈਰਾਨ ਸੀ ਕਿ ਮੇਰੇ ਪਤੀ ਨੂੰ ਕੀ ਹੋ ਗਿਆ। ਉਹ ਸੱਚਮੁੱਚ ਹੀ ਆਪਣੇ ਭਾਣਜੇ ਲਈ ਬਹੁਤ ਜ਼ਿਆਦਾ ਇਮੋਸ਼ਨਲ ਸੀ। ਇਹ ਗੱਲ ਸਮਝਣ ਵਿੱਚ ਮੈਨੂੰ ਜ਼ਿਆਦਾ ਦੇਰ ਨਹੀਂ ਲੱਗੀ ਕਿ ਜੇ ਮੈਂ ਆਪਣੇ ਪਤੀ ਨੂੰ ਖੁਸ਼ ਰੱਖਣਾ ਹੈ ਤਾਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਭਾਣਜੇ ਦੀ ਕਦੇ ਵੀ ਬੁਰਾਈ ਨਹੀਂ ਕਰਨੀ, ਨਹੀਂ ਤਾਂ ਉਹਨਾਂ ਨੂੰ ਬੁਰਾ ਲੱਗ ਜਾਵੇਗਾ। ਉਸ ਤੋਂ ਬਾਅਦ ਮੈਂ ਅਜਿਹਾ ਕੁਝ ਨਹੀਂ ਕੀਤਾ। ਅਜੇ ਸਾਡੇ ਵਿਆਹ ਨੂੰ ਇੱਕ ਹਫ਼ਤਾ ਹੀ ਹੋਇਆ ਸੀ। ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਸਨ, ਪਰ ਮੇਰੀ ਸੱਸ ਮੈਨੂੰ ਝਿੜਕਦੀ ਰਹਿੰਦੀ ਕਿ ਤੂੰ ਆਉਂਦੇ ਹੀ ਮੇਰੇ ਬੇਟੇ ਨੂੰ ਆਪਣੀਆਂ ਉਂਗਲਾਂ 'ਤੇ ਨਚਾਉਣਾ ਸ਼ੁਰੂ ਕਰ ਦਿੱਤਾ। ਤੇਰੇ ਇਲਾਵਾ ਇਸ ਨੂੰ ਕੋਈ ਵੀ ਦਿਖਾਈ ਨਹੀਂ ਦਿੰਦਾ। ਮੈਂ ਚੁੱਪਚਾਪ ਸੁਣ ਲੈਂਦੀ, ਪਰ ਕਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀ ਸੀ, ਕਿਉਂਕਿ ਮੇਰੇ ਪਤੀ ਨੇ ਕਿਹਾ ਸੀ ਕਿ ਮੇਰੀ ਮਾਂ ਦਾ ਖਿਆਲ ਰੱਖਣਾ। ਇਸੇ ਲਈ ਮੈਂ ਘਰ ਦੇ ਸਾਰੇ ਕੰਮ ਚੰਗੀ ਤਰ੍ਹਾਂ ਕਰਦੀ ਸੀ, ਕਦੇ ਕੁਝ ਨਹੀਂ ਬੋਲਦੀ ਸੀ। ਪਰ ਮੇਰੇ ਵਿਆਹ ਨੂੰ ਅਜੇ 1 ਸਾਲ ਵੀ ਨਹੀਂ ਹੋਇਆ ਸੀ ਜਦ ਮੈਨੂੰ ਇੱਕ ਬੁਰੀ ਖਬਰ ਮਿਲੀ ਕਿ ਮੇਰਾ ਪਤੀ ਇਸ ਦੁਨੀਆ ਤੋਂ ਸਾਨੂੰ ਛੱਡ ਕੇ ਚਲਾ ਗਿਆ। ਸਾਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੋਇਆ। ਅਸੀਂ ਸੋਚਣ ਲੱਗੇ ਕਿ ਇਹ ਖਬਰ ਝੂਠੀ ਹੈ, ਪਰ ਜਦ ਲਾਸ਼ ਨੂੰ ਘਰ ਲਿਆਂਦਾ ਗਿਆ ਤਾਂ ਸਾਡੇ ਹੋਸ਼ ਹੀ ਉੱਡ ਗਏ। ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਸੀ। ਮੇਰੀ ਸੱਸ, ਮੇਰੀ ਨਣਦ ਤੇ ਮੇਰੇ ਭਾਣਜੇ ਦਾ ਵੀ ਇਹੀ ਹਾਲ ਸੀ। ਇਹ ਦੁੱਖ ਮੇਰੇ ਲਈ ਬਹੁਤ ਵੱਡਾ ਸੀ। ਮੇਰੇ ਮਾਂ-ਬਾਪ ਨੇ ਕਿਹਾ ਕਿ ਇਹ ਦੁੱਖ ਤੂੰ ਆਪਣੇ ਸਸੁਰਾਲ ਵਿੱਚ ਹੀ ਪੂਰਾ ਕਰ, ਉਸ ਤੋਂ ਬਾਅਦ ਅਸੀਂ ਤੈਨੂੰ ਆ ਕੇ ਲੈ ਜਾਵਾਂਗੇ। ਮੈਂ ਰੋਂਦੀ ਰਹੀ, ਤੜਫਦੀ ਰਹੀ। ਮੇਰੀ ਸੱਸ ਮੈਨੂੰ ਕਹਿੰਦੀ ਰਹੀ ਕਿ ਤੂੰ ਮੇਰੇ ਬੇਟੇ ਨੂੰ ਖਾ ਲਿਆ, ਤੇਰੇ ਕਦਮ ਹੀ ਮਨਹੂਸ ਹਨ। ਇਸ ਘਰ ਦਾ ਵਾਰਿਸ ਚਲਾ ਗਿਆ, ਮੇਰਾ ਬੇਟਾ ਚਲਾ ਗਿਆ, ਸਭ ਕੁਝ ਬਰਬਾਦ ਹੋ ਗਿਆ, ਸਭ ਕੁਝ ਖਤਮ ਹੋ ਗਿਆ। ਇਹ ਸਭ ਤੇਰੀ ਵਜ੍ਹਾ ਨਾਲ ਹੋਇਆ ਹੈ। 2 ਮਹੀਨੇ ਤਾਨੇ ਮਿਹਣੇ ਸੁਣਦੀ ਨੂੰ ਹੀ ਗੁਜ਼ਰ ਗਏ। ਮੈਂ ਸੋਚਦੀ ਕਿ ਚਲੋ ਇਹ ਵਕਤ ਲੰਘ ਗਿਆ, ਹੁਣ ਮੈਂ ਆਪਣਿਆਂ ਕੋਲ ਚਲੇ ਜਾਵਾਂਗੀ। ਵੈਸੇ ਵੀ ਹੁਣ ਮੇਰੀ ਜ਼ਿੰਦਗੀ ਵਿੱਚ ਖੁਸ਼ ਰਹਿਣ ਲਈ ਕੀ ਰਹਿ ਗਿਆ ਸੀ। ਪਾਪਾ ਹੀ ਸੀ ਮੇਰੇ ਆਪਣੇ। ਜਦ ਮੇਰੀ ਸੌਤੇਲੀ ਮਾਂ ਤੇ ਮੇਰੇ ਪਾਪਾ ਮੈਨੂੰ ਵਾਪਸ ਲੈਣ ਆਏ ਤਾਂ ਮੇਰੀ ਸੱਸ ਨੇ ਇੱਕ ਅਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਮੇਰੀ ਸੱਸ ਦਾ ਕਹਿਣਾ ਸੀ ਕਿ ਮੈਂ ਇਸ ਨੂੰ ਵਾਪਸ ਨਹੀਂ ਭੇਜ ਸਕਦੀ, ਇਹ ਮੇਰੇ ਬੇਟੇ ਦੀ ਵਿਧਵਾ ਹੈ। ਮੇਰੇ ਪਾਪਾ ਨੇ ਕਿਹਾ ਕਿ ਤੁਹਾਡਾ ਬੇਟਾ ਹੁਣ ਇਸ ਦੁਨੀਆ ਵਿੱਚ ਨਹੀਂ ਹੈ, ਹੁਣ ਇਸ ਦਾ ਇੱਥੇ ਕੀ ਕੰਮ। ਪਰ ਮੇਰੀ ਸੱਸ ਦਾ ਕਹਿਣਾ ਸੀ ਕਿ ਇਸ ਦੀ ਵਜ੍ਹਾ ਨਾਲ ਤਾਂ ਮੇਰਾ ਬੇਟਾ ਗਿਆ ਹੈ, ਹੁਣ ਇਹ ਵੀ ਇੱਥੋਂ ਚਲੀ ਜਾਵੇਗੀ। ਮੇਰੇ ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ। ਮੇਰੀ ਇੱਕ ਬੇਟੀ ਹੈ, ਉਹ ਵੀ ਵਿਧਵਾ ਹੈ, ਤੇ ਉਸ ਦਾ ਇੱਕ ਲੜਕਾ ਹੈ, ਉਹ ਅਜੇ ਪੜ੍ਹਦਾ ਹੈ। ਤਾਂ ਫਿਰ ਅਸੀਂ ਕੀ ਭੁੱਖੇ ਮਰ ਜਾਵਾਂਗੇ? ਇਹ ਮੇਰੇ ਬੇਟੇ ਦੀ ਜਗ੍ਹਾ ਕਮਾਈ ਕਰੇਗੀ ਤੇ ਸਾਡਾ ਘਰ ਚਲਾਵੇਗੀ। ਮੇਰੇ ਪਾਪਾ ਨੇ ਕਿਹਾ ਕਿ ਇਹ ਤਾਂ ਗਲਤ ਗੱਲ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਪਰ ਮੇਰੀ ਸੱਸ ਨੇ ਠਾਣ ਲਿਆ ਸੀ। ਇਸ ਗੱਲ ਨੂੰ ਲੈ ਕੇ ਮੇਰੇ ਪਾਪਾ ਤੇ ਮੇਰੀ ਸੱਸ ਵਿੱਚ ਬਹੁਤ ਬਹਿਸ ਹੋਈ। ਜਦ ਮੇਰੇ ਤੋਂ ਪੁੱਛਿਆ ਗਿਆ ਤਾਂ ਸਿੱਧੀ ਜਿਹੀ ਗੱਲ ਹੈ ਕਿ ਮੈਂ ਵਾਪਸ ਜਾਣਾ ਚਾਹੁੰਦੀ ਸੀ। ਮੇਰਾ ਵੀ ਇਸ ਘਰ ਵਿੱਚ ਹੁਣ ਦਮ ਘੁੱਟਦਾ ਸੀ, ਪਰ ਮੇਰੀ ਸੱਸ ਨੇ ਕਿਹਾ ਕਿ ਇਹ ਇੱਥੋਂ ਨਹੀਂ ਜਾਵੇਗੀ। ਮੇਰੀ ਸੱਸ ਨੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਿਆ, ਜਿਹੜੇ ਕਿ ਲੜਾਈ ਕਰਨ ਨੂੰ ਤਿਆਰ ਬੈਠੇ ਸੀ, ਅਜੀਬੋ-ਗਰੀਬ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ। ਫਿਰ ਨਤੀਜਾ ਇਹ ਨਿਕਲਿਆ ਕਿ ਮੇਰਾ ਦੁਬਾਰਾ ਵਿਆਹ ਕਰ ਦਿੱਤਾ ਜਾਵੇ ਤਾਂ ਫਿਰ ਮੈਂ ਇਸ ਘਰ ਵਿੱਚ ਰਹਿ ਸਕਦੀ ਹਾਂ। ਪਰ ਇਸ ਘਰ ਵਿੱਚ ਹੁਣ ਇੱਕ ਹੀ ਨਰਸ ਸੀ, ਉਸ ਨਾਲ ਮੇਰਾ ਵਿਆਹ ਕਰਾਉਣ ਦੀਆਂ ਗੱਲਾਂ ਹੋਣ ਲੱਗੀਆਂ। ਸਭ ਨੇ ਕਿਹਾ ਕਿ ਛੋਟਾ ਹੈ ਤਾਂ ਕੀ ਹੋਇਆ, ਇਹ ਕੁੜੀ ਕਿਹੜਾ 40 ਸਾਲ ਦੀ ਹੈ। ਇਸ ਤਰ੍ਹਾਂ ਇਹ ਇਸ ਘਰ ਵਿੱਚ ਰਹਿ ਜਾਵੇਗੀ, ਇਸ ਘਰ ਦੀ ਫਿਰ ਤੋਂ ਬਹੂ ਬਣ ਜਾਵੇਗੀ। ਮੈਂ ਇਹ ਸਭ ਨਹੀਂ ਚਾਹੁੰਦੀ ਸੀ, ਪਰ ਮੇਰੀ ਸੱਸ ਨੇ ਮੇਰੇ ਪਾਪਾ ਨੂੰ ਮਨਾ ਲਿਆ। ਮੇਰੀ ਸੌਤੇਲੀ ਮਾਂ ਨੇ ਵੀ ਕਿਹਾ ਕਿ ਚੰਗੀ ਗੱਲ ਹੈ, ਜੇ ਅਸੀਂ ਇਸ ਨੂੰ ਆਪਣੇ ਘਰ ਲੈ ਗਏ ਤਾਂ ਵੀ ਇਸ ਦਾ ਦੁਬਾਰਾ ਵਿਆਹ ਤਾਂ ਨਹੀਂ ਹੋਵੇਗਾ। ਕਿੱਥੋਂ ਦੁਬਾਰਾ ਰਿਸ਼ਤਾ ਲੱਭਾਂਗੇ? ਇੱਕ ਵਿਧਵਾ ਲਈ ਰਿਸ਼ਤਾ ਕਿਵੇਂ ਮਿਲੇਗਾ? ਅੱਜ ਕੱਲ੍ਹ ਤਾਂ ਕੁਆਰੀ ਕੁੜੀਆਂ ਨੂੰ ਰਿਸ਼ਤਾ ਨਹੀਂ ਮਿਲਦਾ, ਇਸ ਲਈ ਇਸ ਨੂੰ ਇੱਥੇ ਹੀ ਰਹਿਣ ਦਿਓ। ਸਮਾਜ ਵਾਲੇ ਵੀ ਗੱਲਾਂ ਕਰਨਗੇ। ਇੱਕ ਵਿਧਵਾ ਬੇਟੀ ਜੇ ਫਿਰ ਤੋਂ ਸੁਹਾਗਣ ਬਣ ਰਹੀ ਹੈ, ਜੇ ਇਸ ਆਫਰ ਨੂੰ ਠੁਕਰਾ ਕੇ ਅਸੀਂ ਇਸ ਨੂੰ ਆਪਣੇ ਨਾਲ ਲੈ ਵੀ ਜਾਵਾਂਗੇ ਤਾਂ ਸਾਡੇ ਘਰ ਵਿੱਚ ਵੀ ਤਾਂ ਇਹ ਵਿਧਵਾ ਹੀ ਕਹਿਲਾਵੇਗੀ। ਮੇਰੀ ਸੌਤੇਲੀ ਮਾਂ ਨੇ ਇਹੋ ਜਿਹੀਆਂ ਗੱਲਾਂ ਕਰਕੇ ਮੇਰੇ ਪਾਪਾ ਨੂੰ ਮਨਾ ਲਿਆ।
ਫਿਰ ਉਹ ਮੈਨੂੰ ਇੱਥੇ ਹੀ ਛੱਡ ਕੇ ਚਲੇ ਗਏ। ਕੁਝ ਦਿਨਾਂ ਬਾਅਦ ਮੇਰਾ ਵਿਆਹ ਮੇਰੇ ਭਾਣਜੇ ਨਾਲ ਕਰਵਾ ਦਿੱਤਾ ਗਿਆ, ਜਿਸ ਨੂੰ ਮੇਰਾ ਪਤੀ ਆਪਣਾ ਬੇਟਾ ਸਮਝਦਾ ਸੀ ਤੇ ਮੈਂ ਉਸ ਨੂੰ ਬੱਚਾ ਸਮਝਦੀ ਸੀ। ਮੈਂ ਬਹੁਤ ਰੋਈ, ਚੀਖੀ ਚਿਲਾਈ ਕਿ ਅਜਿਹਾ ਨਾ ਕਰੋ, ਪਰ ਮੇਰੀ ਕਿਸੇ ਨੇ ਇੱਕ ਨਾ ਸੁਣੀ। ਮੇਰਾ ਵਿਆਹ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਮੈਂ ਜਿੱਦ ਕਰ ਲਈ ਕਿ ਮੈਂ ਆਪਣੀ ਭਾਣਜੇ ਦੇ ਨਾਲ ਕਮਰੇ ਵਿੱਚ ਨਹੀਂ ਜਾਣਾ, ਪਰ ਮੇਰੀ ਨਣਦ ਤੇ ਮੇਰੀ ਸੱਸ ਮੇਰੇ ਪਿੱਛੇ ਪਈਆਂ ਸਨ, ਪਰ ਮੈਂ ਨਹੀਂ ਗਈ। ਦੂਜੇ ਦਿਨ ਮੇਰੀ ਸੱਸ ਨੇ ਕਿਹਾ ਕਿ ਤੈਨੂੰ ਨੌਕਰੀ ਕਰਨੀ ਹੋਵੇਗੀ ਤੇ ਉਸਨੇ ਮੁਹੱਲੇ ਦੇ ਕਈ ਬੱਚੇ ਇਕੱਠੇ ਕਰ ਦਿੱਤੇ। ਹੁਣ ਮੈਂ ਰੋਜ਼ 40-50 ਬੱਚਿਆਂ ਨੂੰ ਪੜ੍ਹਾਉਂਦੀ ਸੀ। ਮੇਰਾ ਦਿਮਾਗ ਬਹੁਤ ਖਰਾਬ ਹੋ ਜਾਂਦਾ ਸੀ। ਮੈਂ ਬਹੁਤ ਜ਼ਿਆਦਾ ਥੱਕ ਜਾਂਦੀ ਸੀ। ਸਾਰਾ ਦਿਨ ਘਰ ਦੇ ਸਾਰੇ ਕੰਮ ਵੀ ਕਰਦੀ ਸੀ। ਇੱਕ ਹਫ਼ਤਾ ਇਸੇ ਤਰ੍ਹਾਂ ਬੀਤ ਗਿਆ। ਮੈਂ ਆਪਣੇ ਭਾਣਜੇ ਦੇ ਕਮਰੇ ਵਿੱਚ ਜਾਣ ਤੋਂ ਘਬਰਾਉਂਦੀ ਸੀ। ਮੈਨੂੰ ਲੱਗਿਆ ਕਿ ਉਹ ਬੱਚਾ ਹੈ ਤੇ ਮੇਰਾ ਉਸ ਨਾਲ ਰਿਸ਼ਤਾ ਕਰਵਾ ਦਿੱਤਾ। ਉਹ ਆਪਣੇ ਕਮਰੇ ਵਿੱਚ ਰਹੇ ਤੇ ਮੈਂ ਆਪਣੇ ਕਮਰੇ ਵਿੱਚ। ਮੇਰੀ ਸੱਸ ਮੇਰੇ ਪਿੱਛੇ ਪਈ ਸੀ। ਪਰ ਇੱਕ ਦਿਨ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰਾ ਭਾਣਜਾ ਖੁਦ ਇਹ ਕਹਿ ਰਿਹਾ ਸੀ ਕਿ ਮੇਰੀ ਪਤਨੀ ਨੂੰ ਮੇਰੇ ਕਮਰੇ ਵਿੱਚ ਭੇਜੋ, ਪਰ ਮੈਨੂੰ ਪਤਾ ਸੀ ਕਿ ਉਹ ਬੱਚਾ ਹੈ। ਉਹ ਨਹੀਂ ਸਮਝਦਾ ਕਿ ਪਤਨੀ ਕੀ ਹੁੰਦੀ ਹੈ। ਉਹ ਖੁਸ਼ ਹੋ ਰਿਹਾ ਸੀ। ਇੱਕ ਤਾਂ ਉਸ ਦਾ ਵਿਆਹ ਹੋ ਗਿਆ, ਉਹ ਵੀ ਇੰਨੀ ਜਲਦੀ। ਉਸ ਲਈ ਇਹ ਸਭ ਕੁਝ ਨਵਾਂ ਹੈ, ਇਸ ਲਈ ਉਸ ਨੂੰ ਇਸ ਗੱਲ ਦਾ ਸ਼ੌਂਕ ਸੀ ਕਿ ਉਸ ਦਾ ਵਿਆਹ ਹੋ ਗਿਆ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਪਤਨੀ ਕੀ ਹੁੰਦੀ ਹੈ। ਮੇਰੀ ਜ਼ਿੰਦਗੀ ਹੁਣ ਬਰਬਾਦ ਹੋ ਗਈ ਸੀ। ਮੇਰੀ ਜ਼ਿੰਦਗੀ ਵਿੱਚ ਕੁਝ ਵੀ ਬਾਕੀ ਨਹੀਂ ਬਚਿਆ ਸੀ। ਮੈਂ ਸੋਚ ਲਿਆ ਸੀ ਕਿ ਮੈਂ ਇਸ ਘਰ ਤੋਂ ਇੱਕ ਦਿਨ ਭੱਜ ਜਾਵਾਂਗੀ। ਇਹ ਮੇਰੇ ਲਈ ਕੋਈ ਮੁਸ਼ਕਲ ਨਹੀਂ ਸੀ, ਇਸ ਲਈ ਮੈਂ ਸੋਚ ਲਿਆ ਸੀ ਕਿ ਮੈਂ ਕੀ ਕਰਨਾ ਹੈ। ਪਰ ਮੇਰੇ ਭਾਣਜੇ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ। ਉਸਨੇ ਕਿਹਾ, ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੀ ਮਦਦ ਕਰਾਂਗਾ। ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ। ਮੈਂ ਤੁਹਾਡਾ ਖਿਆਲ ਰੱਖਾਂਗਾ। ਉਹ ਗੱਲਾਂ ਤਾਂ ਇਸ ਤਰ੍ਹਾਂ ਕਰ ਰਿਹਾ ਸੀ ਜਿਵੇਂ ਮੈਂ ਸੁਣਨਾ ਚਾਹੁੰਦੀ ਹੋਵਾਂ। ਮੈਂ ਬੁਰੀ ਤਰ੍ਹਾਂ ਰੋ ਰਹੀ ਸੀ। ਮੈਂ ਵੀ ਘਰ ਤੋਂ ਭੱਜਣਾ ਨਹੀਂ ਚਾਹੁੰਦੀ ਸੀ। ਭੱਜ ਕੇ ਜਾਂਦੀ ਵੀ ਕਿੱਥੇ? ਇੱਕ ਵਾਰ ਭੱਜ ਜਾਂਦੀ ਤਾਂ ਮੇਰੇ ਤੇ ਠੱਪਾ ਲੱਗ ਜਾਣਾ ਸੀ ਕਿ ਇਹ ਘਰ ਤੋਂ ਭੱਜ ਗਈ ਸੀ। ਮੈਂ ਇੱਕ ਇੱਜ਼ਤਦਾਰ ਬਾਪ ਦੀ ਬੇਟੀ ਸੀ। ਮੈਂ ਆਪਣੇ ਬਾਪ ਦਾ ਨਾਮ ਕਿਵੇਂ ਬਦਨਾਮ ਕਰ ਸਕਦੀ ਸੀ? ਮੈਂ ਬੁਰੀ ਤਰ੍ਹਾਂ ਰੋਣ ਲੱਗ ਗਈ। ਫਿਰ ਮੈਂ ਆਪਣੇ ਪਤੀ ਨਾਲ ਵਾਪਸ ਆ ਗਈ। ਮੇਰਾ ਦਿਲ ਨਹੀਂ ਕਰ ਰਿਹਾ ਸੀ ਉਸ ਨੂੰ ਪਤੀ ਕਹਿਣ ਦਾ। ਸਵੇਰੇ ਇਸ ਗੱਲ ਦਾ ਮੇਰੀ ਸੱਸ ਤੇ ਨਣਦ ਨੂੰ ਵੀ ਪਤਾ ਲੱਗ ਗਿਆ। ਉਹਨਾਂ ਨੇ ਮੈਨੂੰ ਬਹੁਤ ਬੁਰਾ ਭਲਾ ਕਿਹਾ। ਮੇਰੀ ਨਣਦ ਨੂੰ ਬੈਠੇ ਬੈਠੇ ਪਤਾ ਨਹੀਂ ਕੀ ਹੋ ਗਿਆ, ਉਹ ਰੌਲਾ ਪਾਉਣ ਲੱਗੀ। ਉਸਨੇ ਕਿਹਾ, ਅੱਜ ਤਾਂ ਤੂੰ ਮੇਰੇ ਬੇਟੇ ਦੇ ਕਮਰੇ ਵਿੱਚ ਜਾਵੇਂਗੀ ਹੀ। ਤੂੰ ਤਮਾਸ਼ਾ ਬਣਾ ਲਿਆ। ਤੂੰ ਇਸ ਦੀ ਪਤਨੀ ਹੈ ਤਾਂ ਪਤੀ ਪਤਨੀ ਇਕੱਠੇ ਹੀ ਰਹਿੰਦੇ ਹਨ। ਉਹਨਾਂ ਨੇ ਮੈਨੂੰ ਜ਼ਬਰਦਸਤੀ ਕਮਰੇ ਵਿੱਚ ਭੇਜ ਦਿੱਤਾ। ਥੋੜ੍ਹੀ ਦੇਰ ਬਾਅਦ ਮੇਰਾ ਭਾਣਜਾ ਵੀ ਕਮਰੇ ਵਿੱਚ ਆ ਗਿਆ। ਮੈਂ ਸੋਚਿਆ ਇਹ ਤਾਂ ਬੱਚਾ ਹੈ, ਮੈਂ ਡਰਾ ਧਮਕਾ ਕੇ ਇਸ ਨੂੰ ਸੁਲਾ ਦੇਵਾਂਗੀ। ਮੈਨੂੰ ਪਰੇਸ਼ਾਨ ਹੋਣ ਦੀ ਕੀ ਜ਼ਰੂਰਤ ਹੈ? ਮੇਰੀ ਸੱਸ ਵੀ ਖੁਸ਼ ਤੇ ਮੈਂ ਵੀ ਖੁਸ਼। ਮੈਂ ਆਪਣੇ ਆਪ 'ਤੇ ਹੈਰਾਨ ਹੋਈ ਕਿ ਇਹ ਖਿਆਲ ਮੈਨੂੰ ਪਹਿਲਾਂ ਕਿਉਂ ਨਹੀਂ ਆਇਆ। ਉਸ ਨੇ ਕਿਹਾ ਕਿ ਤੂੰ ਬਹੁਤ ਸੋਹਣੀ ਲੱਗ ਰਹੀ ਆ। ਮੈਂ ਕਿਹਾ, ਠੀਕ ਹੈ, ਹੁਣ ਤੂੰ ਸੌਂ ਜਾ। ਉਸਨੇ ਫਿਰ ਕਿਹਾ ਕਿ ਤੂੰ ਬਹੁਤ ਚੰਗੀ ਐ। ਮੈਂ ਉਸ ਨੂੰ ਕਿਹਾ ਕਿ ਚੰਗੀ ਹੋਵਾਂ ਜਾਂ ਬੁਰੀ, ਤੈਨੂੰ ਕੀ ਮਤਲਬ? ਤੂੰ ਚੁੱਪ ਕਰਕੇ ਸੌਂ ਜਾ। ਮੈਂ ਉਸ ਨੂੰ ਗੁੱਸੇ ਵਿੱਚ ਕਿਹਾ, ਕਿਸੇ ਪਤਨੀ ਦੀ ਤਰ੍ਹਾਂ ਨਹੀਂ, ਸਗੋਂ ਮਾਂ ਦੀ ਤਰ੍ਹਾਂ। ਪਰ ਉਹ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਂ ਕਿਹਾ, ਮੇਰੀ ਸ਼ਕਲ ਕੀ ਦੇਖ ਰਹੇ ਹੋ? ਮੈਂ ਅਜੇ ਵੀ ਉਸ 'ਤੇ ਰੋਹਬ ਜਮਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਦ ਕਿ ਮੈਨੂੰ ਡਰ ਲੱਗ ਰਿਹਾ ਸੀ। ਥੋੜ੍ਹੀ ਦੇਰ ਬਾਅਦ ਉਸਨੇ ਮੇਰਾ ਹੱਥ ਫੜਿਆ ਤੇ ਮੇਰੇ ਮੂੰਹ 'ਤੇ ਥੱਪੜ ਮਾਰਿਆ। ਮੈਂ ਹੈਰਾਨ ਰਹਿ ਗਈ। ਉਸਨੇ ਕਿਹਾ, ਤੈਨੂੰ ਤਮੀਜ਼ ਨਹੀਂ ਹੈ? ਆਪਣੇ ਪਤੀ ਨਾਲ ਕਿਸ ਤਰ੍ਹਾਂ ਗੱਲ ਕਰਦੇ ਆ? ਤੂੰ ਮੇਰੇ 'ਤੇ ਚਿਲਾ ਰਹੀ ਐਂ, ਬੇਵਕੂਫ ਔਰਤ। ਮੈਂ ਕਿਹਾ, ਤੂੰ ਅਜੇ ਜ਼ਮੀਨ 'ਚੋਂ ਨਿਕਲਿਆ ਨਹੀਂ ਤੇ ਰੋ ਰਿਹਾ ਪਤੀ ਬਣਨੇ ਨੂੰ। ਤੂੰ ਮੇਰਾ ਪਤੀ ਨਹੀਂ ਆ। ਉਸਨੇ ਕਿਹਾ ਕਿ ਤੂੰ ਮੈਨੂੰ ਪਹਿਲੇ ਦਿਨ ਹੀ ਪਸੰਦ ਆ ਗਈ ਸੀ। ਤੈਨੂੰ ਨਹੀਂ ਪਤਾ ਕਿ ਤੈਨੂੰ ਪਾਉਣ ਲਈ ਮੈਂ ਕੀ ਕੁਝ ਕੀਤਾ। ਆਪਣੇ ਬਾਪ ਵਰਗੇ ਮਾਮੇ ਨੂੰ ਮਾਰਨਾ ਪਿਆ ਕਿਉਂਕਿ ਮੈਂ ਤੈਨੂੰ ਪਾਉਣਾ ਚਾਹੁੰਦਾ ਸੀ। ਇਹ ਸੁਣ ਕੇ ਮੇਰੀ ਰੂਹ ਕੰਬ ਗਈ। ਉਸਨੇ ਕਿਹਾ ਕਿ ਮੈਂ ਹੀ ਆਪਣੇ ਮਾਮੇ ਦੀ ਕਾਰ ਦੇ ਬ੍ਰੇਕ ਖੋਲ੍ਹ ਦਿੱਤੇ ਸਨ, ਜਿਸ ਦੀ ਵਜ੍ਹਾ ਨਾਲ ਜਦ ਉਹ ਥੋੜ੍ਹਾ ਅੱਗੇ ਗਏ ਤਾਂ ਉਸਦਾ ਬ੍ਰੇਕ 'ਤੇ ਕੰਟਰੋਲ ਖਤਮ ਹੋ ਗਿਆ ਤੇ ਉਸਦਾ ਐਕਸੀਡੈਂਟ ਹੋ ਗਿਆ। ਸਭ ਨੇ ਇਹੀ ਸਮਝਿਆ ਕਿ ਹਾਦਸਾ ਹੋ ਗਿਆ, ਜਦ ਕਿ ਇਹ ਸੋਚਿਆ ਸਮਝਿਆ ਪਲਾਨ ਸੀ। ਮੈਂ ਹੈਰਾਨ ਰਹਿ ਗਈ। ਜਿਸ ਨੂੰ ਮੈਂ ਬੱਚਾ ਸਮਝਦੀ ਰਹੀ, ਉਸਨੇ ਮੇਰੇ ਪਤੀ ਨੂੰ ਮਾਰ ਦਿੱਤਾ ਤੇ ਹੁਣ ਮੇਰਾ ਪਤੀ ਬਣਿਆ ਖੜਾ ਹੈ। ਇਹ ਕੋਈ ਮਾਸੂਮ ਬੱਚਾ ਨਹੀਂ ਸੀ, ਇਹ ਤਾਂ ਸ਼ੈਤਾਨ ਸੀ ਜਿਸ ਨੇ ਆਪਣੇ ਮਾਮੇ ਨੂੰ ਮਾਰ ਦਿੱਤਾ। ਇਸ ਦਾ ਮਾਮਾ ਜੋ ਇਸ ਨੂੰ ਬਹੁਤ ਪਿਆਰ ਕਰਦਾ ਸੀ
ਤੇ ਆਪਣਾ ਬੱਚਾ ਸਮਝਦਾ ਸੀ। ਮੈਨੂੰ ਕੁਝ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ। ਮੈਂ ਉੱਥੋਂ ਭੱਜ ਜਾਣਾ ਚਾਹੁੰਦੀ ਸੀ। ਜਦ ਤੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਪਤੀ ਦੀ ਮੌਤ ਨਹੀਂ ਸਗੋਂ ਉਸਨੂੰ ਮਾਰਿਆ ਗਿਆ ਸੀ, ਤਾਂ ਮੈਂ ਕਈ ਦਿਨਾਂ ਤੱਕ ਬੇਹੋਸ਼ ਰਹੀ। ਮੈਂ ਚੀਕ ਕੇ ਸਭ ਨੂੰ ਦੱਸਿਆ, ਪਰ ਕਿਸੇ ਨੇ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ, ਉਹ ਆਪਣੇ ਮਾਮੇ ਨੂੰ ਨਹੀਂ ਮਾਰ ਸਕਦਾ। ਤੂੰ ਝੂਠ ਬੋਲ ਰਹੀ ਹੈ, ਕਿਉਂਕਿ ਤੂੰ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਪਰ ਮੈਂ ਹਿੰਮਤ ਨਹੀਂ ਹਾਰੀ। ਹੌਲੀ-ਹੌਲੀ ਉਸ ਦੇ ਖਿਲਾਫ ਸਬੂਤ ਇਕੱਠੇ ਕਰਨ ਲੱਗੀ, ਤੇ ਜਦੋਂ ਉਸ ਦੇ ਖਿਲਾਫ ਸਬੂਤ ਇਕੱਠੇ ਹੋ ਗਏ ਤਾਂ ਮੈਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਸੀ। ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਚੁੱਕੀ ਸੀ। ਮੇਰੀ ਸੱਸ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕੀ ਤੇ ਉਹ ਵੀ ਇਸ ਦੁਨੀਆ ਤੋਂ ਚਲੇ ਗਈ। ਮੈਨੂੰ ਆਪਣੇ ਪਹਿਲੇ ਪਤੀ ਦੀ ਬਹੁਤ ਯਾਦ ਆਉਂਦੀ ਹੈ। ਜੇ ਉਹ ਹੁੰਦੇ ਤਾਂ ਇਹ ਸਭ ਕੁਝ ਨਹੀਂ ਹੋਣਾ ਸੀ। ਮੇਰੀ ਨਣਦ ਨੇ ਵੀ ਮੇਰੇ ਤੋਂ ਮਾफ़ੀ ਮੰਗੀ। ਮੈਂ ਹੁਣ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣਾ ਗੁਜ਼ਾਰਾ ਕਰਦੀ ਹਾਂ। ਮੈਂ ਤੇ ਮੇਰੀ ਨਣਦ ਹੁਣ ਉਸ ਘਰ ਵਿੱਚ ਇਸੇ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੀਆਂ ਹਾਂ। ਦੋਸਤੋ, ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।